सो वी विल कंटिन्यू विद द रिप्रोडक्टिव सिस्टम ऑफ टीनिया। ਇਹ ਅਸੀਂ ਬੇਟੇ ਕਰ ਲਿਆ ਸੀ ਕਿ ਰਾਈਪਰੋਗਲੋਟਿਡ ਦੇ ਵਿੱਚ ਯੂਟਰਸ ਹਾਈਲੀ ਬ੍ਰਾਂਚਡ ਹੋ ਗਿਆ ਐਂਡ ਇਟ ਇਜ਼ ਪੈਕਡ ਵਿਦ ਕੈਪਸੂਲ। ਸੋ ਇਹ ਰਾਈਪਰੋਗਲੋਟਿਡਸ 4 ਤੋਂ 5 ਦੀਆਂ ਚੇਨਸ ਦੇ ਵਿੱਚ ਟੁੱਟੀ ਜਾਂਦੀਆਂ ਨੇ, ਮੈਨ ਦੀ ਫੀਸਿਸ ਦੇ ਨਾਲ ਇਹ ਬਾਹਰ ਆ ਜਾਂਦੀਆਂ ਨੇ, ਬਾਹਰ ਆ ਕੇ ਰਿਗਲਿੰਗ ਮੂਵਮੈਂਟ ਨਾਲ ਇਹ ਸਕਵੀਜ਼ ਹੁੰਦੀਆਂ ਨੇ ਤੇ ਇਹ ਜਿਹੜੇ ਕੈਪਸੂਲਸ ਨੇ ਉਹ ਰਿਲੀਜ਼ ਹੁੰਦੇ ਆ। ਬੇਸਿਕਲੀ ਕੈਪਸੂਲ ਨਹੀਂ ਰਿਲੀਜ਼ ਹੁੰਦੇ, ਇਹਨਾਂ ਵਿੱਚ ਆਲਰੇਡੀ ਐਮਬਰੀਓ ਬਣ ਚੁੱਕੀ ਆ ਔਰ ਉਸ ਐਮਬਰੀਓ ਨੂੰ ਅਸੀਂ ਕੀ ਕਹਿੰਦੇ ਆ, ਓਂਕੋਸਫੀਅਰ। ਸੋ ਨਾਓ ਵੀ ਵਿਲ ਸਟੱਡੀ ਹਾਊ ਦਿਸ ਓਂਕੋਸਫੀਅਰ ਇਜ਼ ਫਾਰਮਡ। So in life history of Taenia solium, we have studied that zygote, first of all zygote along with these yolk cells, it is covered by means of a shell. Now this zygote undergoes holoblastic unequal cleavage. Holoblastic हुंदी है complete, एक ऊपर तो शुरू होके थल्ले तक complete cleavage हो रही है। So as the cleavage is unequal, so 3 तरह ਦੇ ਜਿਹੜੇ ਹੈ ਬਲਾਸਟੋਮੀਅਰਸ ਬਣ ਰਹੇ ਨੇ, ਬਹੁਤ ਸਾਰੇ ਬਣ ਰਹੇ ਨੇ। ਛੋਟੇ ਛੋਟੇ ਬਲਾਸਟੋਮੀਅਰ ਜਿਨ੍ਹਾਂ ਨੂੰ ਅਸੀਂ ਮਾਈਕਰੋਮੀਅਰਸ ਕਹਿੰਦੇ ਆ, 3 ਤੋਂ 5 ਮੀਡੀਅਮ ਸਾਈਜ਼ ਦੇ ਬਲਾਸਟੋਮੀਅਰ ਜਿਨ੍ਹਾਂ ਨੂੰ ਅਸੀਂ ਮੀਜ਼ੋਮੀਅਰ ਕਹਿੰਦੇ ਆ, 2 ਤੋਂ 3 ਮੈਕਰੋਮੀਅਰਸ ਜਿਹੜੇ ਕਿ ਵੱਡੇ ਸਾਈਜ਼ ਦੇ ਨੇ। ਹੁਣ ਜਿਹੜੇ ਮਾਈਕਰੋਮੀਅਰਸ ਨੇ ਦੇ ਡਿਵੈਲਪ ਇਨਟੂ ਐਮਬਰੀਓ ਵਿਦ 6 ਹੁਕਸ, 6 ਹੁਕਸ ਵਾਲੀ ਐਮਬਰੀਓ, ਇਸ ਕਰਕੇ ਅਸੀਂ ਉਸ ਨੂੰ ਕੀ ਕਹਤਾ, ਹੈਕਸਾਕੈਂਥ। ਸੋ ਦਿਸ ਇਜ਼ ਦਾ ਹੈਕਸਾਕੈਂਥ। ਜਿਹੜੇ ਮੀਜ਼ੋਮੀਅਰਸ ਨੇ ਦੇ ਫਾਰਮ ਦਿਸ ਇਨਰ ਐਮਬਰੀਓਨਿਕ ਮੈਂਬਰੇਨ, ਜਿਹੜੀ ਕਿ ਅਸੀਂ ਰੈੱਡ ਦਿਖਾਈ ਹੋਈ ਆ। ਮੀਜ਼ੋਮੀਅਰਸ ਕੀ ਬਣਾਉਂਦੇ ਨੇ, ਇਨਰ ਐਮਬਰੀਓਨਿਕ ਮੈਂਬਰੇਨ। ਤੇ ਮੈਕਰੋਮੀਅਰਸ ਕੀ ਬਣਾਉਂਦੇ ਨੇ, ਇਹ ਬਲੂ ਲਾਈਨ ਦੈਟ ਇਜ਼ ਆਊਟਰ ਐਮਬਰੀਓਨਿਕ ਮੈਂਬਰੇਨ। ਤੇ ਬਾਹਰ ਕੀ ਪਈ ਆ, ਸ਼ੈਲ ਔਰ ਕੈਪਸੂਲ। ਸੋ ਦਿਸ ਕੰਪਲੀਟ ਸਟਰਕਚਰ ਇਜ਼ ਨੋਨ ਐਜ਼ ਦਾ ਓਂਕੋਸਫੀਅਰ। ਸੋ ਬੇਸਿਕਲੀ ਗ੍ਰੇਵਿਡ ਪ੍ਰੋਗਲੋਟਿਡ ਚੋਂ ਜੋ ਰਿਲੀਜ਼ ਹੋ ਰਹੇ ਨੇ, ਦੇ ਆਰ ਨਾਟ ਜਾਈਗੋਟ, ਦੇ ਆਰ ਨਾਟ ਕੈਪਸੂਲਸ ਓਨਲੀ, ਦੇ ਆਰ ਓਂਕੋਸਫੀਅਰਸ। ਇਹਦਾ ਮਤਲਬ ਇਹਦੀ ਡਿਵੈਲਪਮੈਂਟ ਹੈ ਜਿਹੜੀ ਹੋਸਟ ਦੀ ਬਾਡੀ ਦੇ ਵਿੱਚ ਹੀ ਸ਼ੁਰੂ ਹੋ ਜਾਂਦੀ ਆ। Now these oncospheres which are released in the open along with feces of man, here the outer embryonic membrane ਜਿਹੜੀ ਕਿ ਆਪਾਂ blue ਦਿਖਾਈ ਆ ਉਹ shrink ਕਰਦੀ ਆ and ultimately disappears. Now pig gets infection, pig feeds on feces of man, so feces of man ਨੂੰ ਖਾਂਦੇ ਹੋਏ ਉਹ waste material ਆਦਮੀ ਦੇ ਜਿਹੜੇ ਉਹ ਖਾਂਦਾ ਹੋਇਆ ਉਹ ਨਾਲ ਹੀ ਇਹ oncospheres ਵੀ ਖਾ ਲੈਂਦਾ ਵਾ। So within the intestine of pig, shell wall and embryophore they dissolve. outer embryonic membrane ਪਹਿਲਾਂ ਹੀ disappear ਹੋ ਗਈ ਸੀ, shell ਵੀ ਟੁੱਟ ਜਾਂਦੀ ਆ ਤੇ embryophore ਆ ਜਿਹੜੀ ਉਹ ਵੀ ਟੁੱਟ ਜਾਂਦੀ ਆ। So what is embryophore? I have told you this is basically inner embryonic membrane which is radially striated. So ਅੰਦਰਲੀ embryonic membrane ਆ ਜਿਹੜੀ thick ਤੇ chitinous ਹੋ ਜਾਂਦੀ ਆ, radially striated ਹੁੰਦੀ ਆ, ਇਸ ਨੂੰ ਅਸੀਂ ਕੀ ਕਹਿ ਦਿੰਦੇ ਆ, embryophore। ਸੋ ਸਾਰੀਆਂ ਮੈਂਬਰੇਨ ਇਹਦੀਆਂ ਟੁੱਟ ਗਈਆਂ, ਇਹਦਾ ਮਤਲਬ ਹੈਕਸਾਕੈਂਥਾ ਜਿਹੜਾ ਉਹ ਇੰਟੈਸਟਾਈਨ ਆਫ ਪਿਗ ਦੇ ਵਿੱਚ ਰਿਲੀਜ਼ ਹੋ ਗਿਆ। ਸੋ ਹੈਕਸਾਕੈਂਥ ਦੇ ਉੱਤੇ ਹੁਕਸ ਲੱਗੀਆਂ ਹੋਈਆਂ ਨੇ, ਇਹ ਆਪਣੇ ਆਪ ਨੂੰ ਪਿਗ ਦੀ ਇੰਟੈਸਟਾਈਨ ਨੂੰ ਅਟੈਚ ਕਰ ਲੈਂਦਾ ਵਿਦ ਦਾ ਹੈਲਪ ਆਫ ਇਟਸ ਹੁਕਸ। ਹੁਕਸ ਦੀ ਮਦਦ ਦੇ ਨਾਲ ਇਹ ਇੰਟੈਸਟਾਈਨ ਦੇ ਵਿੱਚ ਗਲੀ ਕਰ ਲੈਂਦਾ, ਹੋਲ ਕਰ ਲੈਂਦਾ ਐਂਡ ਬਲੱਡ ਕੈਰੀਜ਼ ਇਟ ਟੂ ਮਸਲਸ। ਬਲੱਡ 'ਚ ਐਂਟਰ ਕਰ ਗਿਆ ਤਾਂ ਬਲੱਡ ਹੈ ਇਹਨੂੰ ਮਸਲਸ ਤੱਕ ਲੈ ਕੇ ਜਾਂਦਾ। ਮਸਲਸ ਕਿਹੜੇ ਹੋ ਸਕਦੇ ਆ, ਟੰਗ ਦੇ ਵੀ ਹੋ ਸਕਦੇ ਆ, ਨੈਕ ਦੇ ਵੀ ਹੋ ਸਕਦੇ ਆ, ਲਿੰਬਸ ਦੇ ਵੀ ਹੋ ਸਕਦੇ ਆ, ਈਵਨ ਹਾਰਟ ਦੇ ਵੀ ਹੋ ਸਕਦੇ ਆ। ਉੱਥੇ ਜਾ ਕੇ ਇਹਦੀ ਫਰਦਰ ਡਿਵੈਲਪਮੈਂਟ ਸ਼ੁਰੂ ਹੁੰਦੀ ਆ ਇਨਟੂ ਦੀ ਬਲੈਡਰ ਵਰਮ। ਸੋ ਹਾਊ ਇਟ ਡਿਵੈਲਪਸ ਇਨਟੂ ਬਲੈਡਰ ਵਰਮ। ਸੋ ਹੁਣ ਅਸੀਂ ਡਿਵੈਲਪਮੈਂਟ ਪੜ੍ਹ ਰਹੇ ਹਾਂ। ਸੋ ਐਮਬਰੀਓਫੋਰ, ਸੋ ਇਹ ਜਿਹੜਾ ਬਣਿਆ ਸੀ ਓਂਕੋਸਫੀਅਰ, ਇੱਥੇ ਐਮਬਰੀਓਫੋਰ ਨਹੀਂ ਬੇਟੇ, ਰਾਈਟ ਡਾਊਨ ਦਿਸ ਇਜ਼ ਓਂਕੋਸਫੀਅਰ, ਇਟ ਸ਼ੁੱਡ ਬੀ ਓਂਕੋਸਫੀਅਰ, ਰਾਈਟ ਡਾਊਨ ਓਵਰ ਹੇਅਰ ਓਂਕੋਸਫੀਅਰ। So oncosphere is eaten by pig along with feces, capsule, outer embryonic membrane and embryophore dissolve. So keep please write over here oncosphere. So oncosphere ਦੇ ਵਿੱਚੋਂ ਹੈਕਸਾਕੈਂਥ ਲਾਰਵਾ ਜਿਹੜਾ ਉਹ ਬਾਹਰ ਨਿਕਲ ਗਿਆ। ਹੈਕਸਾਕੈਂਥ ਮੈਂ ਤੁਹਾਨੂੰ ਦੱਸਿਆ ਇਸ ਨੇ ਅਟੈਚ ਕੀਤਾ ਆਪਣੇ ਆਪ ਨੂੰ ਇੰਟੈਸਟਾਈਨ ਦੀ ਵਾਲ ਦੇ ਵਿੱਚ, ਬਲੱਡ 'ਚ ਐਂਟਰ ਕਰ ਗਿਆ, ਬਲੱਡ ਇਸ ਨੂੰ ਕਿੱਥੇ ਲੈ ਗਿਆ, ਪਿਗ ਦੇ ਮਸਲਸ ਦੇ ਵਿੱਚ। ਪਿਗ ਦੇ ਮਸਲਸ ਦੇ ਵਿੱਚ ਜਾ ਕੇ ਕੀ ਹੁੰਦਾ, ਸਭ ਤੋਂ ਪਹਿਲਾਂ ਤਾਂ ਇਹ ਆਪਦੀਆਂ ਹੁਕਸ ਲੂਜ਼ ਕਰ ਲੈਂਦਾ। ਉਸ ਤੋਂ ਬਾਅਦ ਇਹਦੇ ਅੰਦਰ ਇੱਕ ਕੈਵਿਟੀ ਬਣ ਜਾਂਦੀ ਆ, ਫਲੂਇਡ ਦੇ ਨਾਲ ਭਰੀ ਹੋਈ ਕੈਵਿਟੀ। ਇਸ ਤੋਂ ਬਾਅਦ ਇਹ ਆਪਣੇ ਆਲੇ ਦੁਆਲੇ ਕਿਊਟੀਕਲ ਤੇ ਮੀਜ਼ਨਕਾਈਮ ਲੇਅਰ ਬਣਾ ਲੈਂਦਾ। ਸੋ ਉਹ ਇੱਕ ਬਲੈਡਰ ਵਰਗੀ ਸਟਰਕਚਰ ਬਣ ਜਾਂਦੀ ਆ, ਜਿਸ ਕਰਕੇ ਅਸੀਂ ਇਸ ਨੂੰ ਕੀ ਕਹਿੰਦੇ ਆ, ਬਲੈਡਰ ਵਰਮ। ਸੋ ਹੁਕਸ ਲੂਜ਼ ਕਰ ਗਿਆ, ਇੱਕ ਵਾਈਟਿਸ਼ ਬੋਡੀ ਦੇ ਵਿੱਚ ਬਣ ਗਿਆ ਜਿਹਦੇ ਡਾਇਮੈਂਸ਼ਨਸ ਕਿੰਨੇ, 10x6, 10 ਮਿਲੀਮੀਟਰ ਤੇ 6 ਮਿਲੀਮੀਟਰ। ਔਰ ਆਪਣੇ ਆਲੇ ਦੁਆਲੇ ਇਸਨੇ ਕੀ ਬਣਨੀ, ਕਿਊਟੀਕਲਰ ਕਵਰਿੰਗ, ਤੇ ਬਾਹਰਲੀ ਲੇਅਰ ਕਿਊਟੀਕਲ ਆ, ਉਸ ਤੋਂ ਬਾਅਦ ਮੀਜ਼ਨਕਾਈਮ ਲੇਅਰ ਆ। ਇਸ ਨੂੰ ਅਸੀਂ ਕੀ ਕਹਿੰਦੇ ਆ, ਅਰਲੀ ਬਲੈਡਰ ਵਰਮ। ਨਾਓ ਦਾ ਪੁਆਇੰਟ ਔਰ ਦਾ ਰੀਜਨ ਔਰ ਦਾ ਸਾਈਡ ਵਿਚ ਇਜ਼ ਆਪੋਜ਼ਿਟ ਟੂ ਦਾ ਹੁਕਸ,
ਹੁਕਸ ਦੇ ਆਪੋਜ਼ਿਟ ਵਾਲਾ ਐਂਡ ਆ ਜਿਹੜਾ ਉਹ ਇਸ ਦੀ ਫਲੂਇਡ ਫਿਲਡ ਕੈਵਿਟੀ ਦੇ ਵਿੱਚ ਇਨਵੇਜੀਨੇਟ ਕਰ ਜਾਂਦਾ ਵਾ। ਬਲੈਡਰ ਵਾਰਮ ਦੇ ਵਿੱਚ ਉਹ ਪੁਆਇੰਟ ਜਿਹੜਾ ਹੁਕਸ ਦੇ ਆਪੋਜ਼ਿਟ ਆ ਉਹ ਇਸ ਦੇ ਅੰਦਰ ਇਨਵੇਜੀਨੇਟ ਕਰ ਗਿਆ, ਧਸ ਗਿਆ ਅੰਦਰ, ਔਰ ਉਹ ਧਸੇ ਹੋਏ ਐਂਡ ਦੇ ਉੱਤੇ ਹੁਕਸ ਤੇ ਸਕਰਸ ਡਿਵੈਲਪ ਕਰ ਜਾਂਦੇ ਨੇ। ਸੋ ਹੁਣ ਤੁਸੀਂ ਕਹਿ ਸਕਦੇ ਹੋ ਕਿ ਇਸ ਬਲੈਡਰ ਵਾਰਮ ਦੇ ਵਿੱਚ ਸਕੋਲੈਕਸ ਆ ਜਿਹੜਾ ਉਲਟਾ ਪਿਆ ਵਾ। ਸੋ ਇਸ ਨੂੰ ਅਸੀਂ ਕੀ ਕਹਿ ਦਿੰਦੇ ਆ, ਪ੍ਰੋਸਕੋਲੈਕਸ, ਬਿਕੋਜ਼ ਦਾ ਸਕੋਲੈਕਸ ਇਜ਼ ਇਨਵਰਟਡ। ਸੋ ਇਟ ਹੈਜ਼ ਸਕਰਸ, ਇਟ ਹੈਜ਼ ਹੁਕਸ। ਸੋ ਦਿਸ ਇਜ਼ ਦਾ ਇਨਫੈਕਟਿਵ ਸਟੇਜ ਆਫ ਦਾ ਬਲੈਡਰ ਵਾਰਮ। ਬਲੈਡਰ ਵਾਰਮ ਨੂੰ ਅਸੀਂ ਹੋਰ ਵੀ ਨਾਮ ਦਿੰਦੇ ਆ ਸਿਸਟੀਸਰਕਸ। ਸੋ ਪੇਪਰ ਦੇ ਵਿੱਚ ਤੁਹਾਨੂੰ ਸਿਸਟੀਸਰਕਸ ਵੀ ਆ ਸਕਦਾ। ਸੋ ਇੱਥੇ ਤੱਕ ਜਿਹੜੀ ਡਿਵੈਲਪਮੈਂਟ ਆ ਪਿਗ ਦੇ ਵਿੱਚ ਓਂਕੋਸਫੀਅਰ ਤੋਂ ਸ਼ੁਰੂ ਹੋਈ ਸੀ, ਇਸ ਨੂੰ ਲਗਭਗ 4 ਮਹੀਨੇ ਲੱਗ ਜਾਂਦੇ ਆ। ਸੋ ਇਹ ਜਿਹੜੇ ਬਲੈਡਰ ਵਾਰਮ ਨੇ ਪਿਗ ਦੇ ਮਸਲਸ ਦੇ ਵਿੱਚ 5 ਤੋਂ 6 ਸਾਲ ਤੱਕ ਸਰਵਾਈਵ ਕਰਦੇ ਨੇ। ਸੋ ਜੇ ਅਸੀਂ ਅੱਧਾ ਕਿਲੋ ਇਹੋ ਜਿਹਾ ਪਿਗ ਦਾ ਤੁਸੀਂ ਕਹੋ ਸੂਰ ਦਾ ਮੀਟ ਲਈਏ, ਅੱਧਾ ਕਿਲੋ ਮੀਟ ਦੇ ਵਿੱਚ ਲਗਭਗ ਇਹ 3000 ਬਲੈਡਰ ਵਾਰਮ ਜਾਂ ਸਿਸਟੀਸਰਕਸ ਹੁੰਦੇ ਨੇ। ਸੋ ਹੁਣ ਕਿਵੇਂ ਪਤਾ ਲੱਗਦਾ ਵੀ ਪਿਗ ਦਾ ਜਿਹੜਾ ਮੀਟ ਆ ਦੈਟ ਇਜ਼ ਇਨਫੈਕਟਡ? ਉਹਦੇ ਉੱਤੇ ਰੈੱਡ ਪੈਚਸ ਹੁੰਦੇ ਨੇ, ਰੈੱਡ ਕਲਰ ਦੇ ਪੈਚਸ ਹੁੰਦੇ ਨੇ। ਹੁਣ ਆਦਮੀ ਜਿਹੜਾ ਪਿਗ ਦਾ ਮੀਟ ਇਹ ਖਾਂਦਾ, ਉਸਨੇ ਉਹ ਲੈ ਲਿਆ ਇਨਫੈਕਟਿਵ ਮੀਜ਼ਲੀ ਪੋਕ, ਇਸ ਨੂੰ ਅਸੀਂ ਕਹਿ ਦਿੰਦੇ ਮੀਜ਼ਲੀ ਪੋਕ। ਉਹਨੇ ਲਿਆ, ਉਹਨੂੰ ਅੱਛੀ ਤਰ੍ਹਾਂ ਨਾਲ ਉਹਨੇ ਕੁੱਕ ਵੀ ਨਹੀਂ ਕੀਤਾ, ਤਾਂ ਆਦਮੀ ਆ ਜਿਹੜਾ ਉਸ ਦੇ ਅੰਦਰ ਬਲੈਡਰ ਵਾਰਮ ਐਂਟਰ ਕਰ ਜਾਂਦਾ ਵਾ। ਸੋ ਨਾਓ ਦਿਸ ਬਲੈਡਰ ਵਾਰਮ ਐਂਟਰਸ ਇਨਟੂ ਦਾ ਐਲੀਮੈਂਟਰੀ ਕੈਨਾਲ ਆਫ ਮੈਨ। ਵਿਦਿਨ ਦਾ ਐਲੀਮੈਂਟਰੀ ਕੈਨਾਲ ਆਫ ਮੈਨ this bladder worm, it everts its scolex ਨੂੰ ਸਿੱਧਾ ਕਰ ਲੈਂਦਾ ਇਹ। ਸੋ ਨਾਓ ਤੁਸੀਂ ਦੇਖ ਸਕਦੇ ਹੋ ਕਿ ਸਕਰਸ ਦੇ ਹੁਕਸ ਦੇ ਆਰ ਪੁਆਇੰਟਡ ਅਪਵਰਡ। ਇੱਥੇ ਡਾਊਨਵਰਡ ਸੀ, ਨਾਓ ਦੇ ਆਰ ਪੁਆਇੰਟਿੰਗ ਅਪਵਰਡ। ਨਾਓ ਦਿਸ ਬਲੈਡਰ ਵਾਰਮ ਅਲਟੀਮੇਟਲੀ evacuates its scolex completely from the bladder. So this is the diagram which shows that scolex has been completely everted out. Then it loses its bladder ਆਪਣਾ ਕਾਸਟ ਆਫ ਕਰ ਦਿੰਦਾ। ਨਾਓ ਦਾ ਐਨੀਮਲ ਹੈਜ਼ ਆ ਸਕੋਲੈਕਸ ਪਾਰਟ ਐਂਡ ਅ ਵੈਰੀ ਸ਼ਾਰਟ ਨੈਕ। ਸੋ ਸਿਰਫ ਪਹਿਲਾਂ ਇੰਨਾ ਹੀ ਨੋਬ ਲਾਈਕ ਪਾਰਟ ਹੁੰਦਾ ਇਹਦਾ, 1% ਤੁਹਾਨੂੰ ਮੈਂ ਦੱਸਿਆ ਬੋਡੀ ਦਾ ਬਣਾਉਂਦਾ। ਸੋ ਇਟ ਅਟੈਚਸ ਇਟਸੈਲਫ ਟੂ ਦੀ ਵਾਲ ਆਫ ਦੀ ਇੰਟੈਸਟਾਈਨ ਵਿਦ ਦੀ ਹੈਲਪ ਆਫ ਇਟਸ ਸਕਰਸ ਐਂਡ ਹੁਕਸ। ਦੈਨ ਇਟਸ ਨੈਕ ਪਾਰਟ ਸਟਾਰਟਸ ਫਾਰਮਿੰਗ ਨਿਊ ਪ੍ਰੋਗਲੋਟਿਡਸ। ਪਹਿਲਾਂ ਯੰਗ, ਹੌਲੀ ਹੌਲੀ ਯੰਗ ਪਿੱਛੇ ਨੂੰ ਜਾ ਰਹੀਆਂ ਨੇ, ਮੈਚੋਰ 'ਚ ਬਦਲ ਗਈਆਂ, ਮੈਚੋਰ ਦੇ ਵਿੱਚ ਫਰਟੀਲਾਈਜੇਸ਼ਨ ਹੋ ਗਈ, ਹੋਰ ਪਿੱਛੇ ਨੂੰ ਸ਼ਿਫਟ ਹੋ ਗਈਆਂ ਤਾਂ ਰਾਈਪ ਪ੍ਰੋਗਲੋਟਿਡਸ ਬਣ ਗਈਆਂ। ਸੋ ਇਸੇ ਤਰ੍ਹਾਂ 3 ਤੋਂ 4 ਮਹੀਨੇ ਦੇ ਵਿੱਚ ਇਹ ਛੋਟਾ ਜਿਹਾ ਟੀਨੀਆ ਸੋਲੀਅਮ ਵਿਚ ਇਜ਼ ਨੋਬ ਲਾਈਕ, ਇਟ ਗਰੋਜ਼ ਇਨਟੂ ਨੀਅਰਲੀ 4 ਮੀਟਰਸ ਲੌਂਗ adult tinea solium. This adult tinea solium will again undergo fertilization and it will restart the cycle again. So this is how the life history of tinea solium is completed. Part of this life cycle occurs in man, part of this life cycle occurs in pig. So just see, adult tapeworm gut ਦੇ ਵਿੱਚ ਪਿਆ ਸੀ, ਉਹਦੇ ਵਿੱਚ fertilization ਹੋ ਗਈ, mature proglottid ਦੇ ਵਿੱਚ, ਉਹਦੇ ਵਿੱਚ ਕੈਪਸੂਲਸ ਬਣ ਗਏ। ਇਹ ਕੈਪਸੂਲਸ ਆ ਜਿਹੜੇ ਨੈਚੁਰਲੀ ਯੂਟਰਸ 'ਚ ਐਂਟਰ ਕਰ ਗਏ ਤਾਂ ਪ੍ਰੋਗਲੋਟਿਡ ਕਿਹੜੀ ਬਦਲ ਗਈ? ਇਹ ਮੈਚੋਰ ਦੈਨ ਚੇਂਜਸ ਇਨਟੂ ਗ੍ਰੇਵਿਡ ਪ੍ਰੋਗਲੋਟਿਡ. Gravid proglottid, they are broken in the chains of 4 and 5 and they pass out along with feces of man. So they squeeze out these capsules. These capsules basically contain oncospheres. So these are the stages which are present in the human intestine. Oncospheres along with the feces of man, they come to lie in the open. This is the stage which is present in open. Now these oncospheres, they are eaten by pig. These are the stages which are present in pig. Then oncospheres, they release hexacanth larva. Hexacanth bores through intestine wall, enters into blood. Blood carries it to muscles where it grows into cysticercus or bladder worm. This bladder worm is again eaten by man along with measly pork. ਸੂਰ ਦਾ ਮੀਟ ਜਦੋਂ ਖਾਂਦਾ ਤਾਂ ਇਹਦੇ ਅੰਦਰ ਬਲੈਡਰ ਵਾਰਮ ਐਂਟਰ ਕਰ ਗਿਆ. ਬਲੈਡਰ ਵਾਰਮ ਕਾਸਟ ਆਫ ਇਟਸ ਬਲੈਡਰ ਅਲਟੀਮੇਟਲੀ ਫॉर्म young tapeworm which again grows into adult. So what is the effect on host? Basically it causes a disease, teniasis. Teniasis is due to the presence of tinea in our alimentary canal. So the main symptoms are abdominal pain, indigestion, ਭੋਜਨ ਠੀਕ ਨਹੀਂ ਪਚਣਾ, vomiting ਹੋਣੀ, ਭੁੱਖ ਲੱਗਣੀ ਬੰਦ ਹੋ ਜਾਣੀ, loss of appetite means ਭੁੱਖ ਲੱਗਣੀ ਬੰਦ ਹੋ ਜਾਣੀ, insomnia means ਨੀਂਦ ਨਾ ਆਉਣੀ, and low resistance to other diseases. Sometimes what happens?
Oncospheres, they are taken by man accidentally along with contaminated food and water. ਗੰਦਾ ਭੋਜਨ ਜਾਂ ਗੰਦਾ ਪਾਣੀ ਪੀਣ ਨਾਲ ਕਈ ਵਾਰ ਓਂਕੋਸਫੀਅਰ ਸਿੱਧੇ ਹਿਊਮਨ ਇੰਟੈਸਟਾਈਨ 'ਚ ਫਿਰ ਐਂਟਰ ਕਰ ਜਾਂਦੇ ਆ ਐਂਡ ਵੇਅਰ ਦੇ ਡਿਵੈਲਪ ਇਨਟੂ ਬਲੈਡਰ ਵਾਰਮ. ਦਿਸ ਬਲੈਡਰ ਵਾਰਮ ਮੇ ਇਨਸਿਸਟ ਇਨ ਆਈਜ਼. ਇਹਦੀ ਸਿਸਟ ਬਣ ਸਕਦੀ ਹੈ ਸਾਡੀਆਂ ਅੱਖਾਂ ਦੇ ਵਿੱਚ ਜਿਹਦੇ ਨਾਲ ਬੰਦਾ ਅੰਨਾ ਹੋ ਸਕਦਾ. ਇਹਦੀ ਸਿਸਟ ਬਣ ਸਕਦੀ ਹੈ ਸਾਡੇ ਬ੍ਰੇਨ ਦੇ ਵਿੱਚ ਜਿਹਦੇ ਨਾਲ ਕੋਈ ਵੀ ਬ੍ਰੇਨ ਸਟ੍ਰੋਕ ਹੋ ਗਿਆ ਜਾਂ ਈਵਨ ਕੋਈ ਵੀ ਮਤਲਬ ਕਿ ਈਵਨ ਦ ਪਰਸਨ ਮੇ ਡਾਈ. ਸੋ ਇਟ ਮੇ ਫਾਰਮ cyst in our brain. So this is the life cycle of Taenia solium.